ਹੁਣ ਉਹ ਜਦੋਂ ਤੁਸੀਂ ਸੀਨੀਅਰ ਨੂੰ ਸੈਲਿਊਟ ਕਰ ਰਹੇ ਹੋ, ਹੁਣ ਮੰਨ ਲਓ ਸੁਮੇਧ ਸੈਣੀ, ਅੱਜ ਮੈਂ IPS ਹੁੰਦਿਆਂ ਉਹਨੂੰ ਮਿਲਦਾ, ਭਾਵੇਂ ਉਹ ਰਿਟਾਇਰ ਹੋ ਗਿਆ, ਮੈਂ ਉਹਨੂੰ ਸੈਲਿਊਟ ਕਰਦਾ, ਅੱਜ ਮੈਂ ਨਹੀਂ ਕਰਦਾ। ਅੱਜ ਮੈਂ ਉਹਦੇ ਉਲਟ ਖੜਾ, ਸੀਨਾ ਠੋਕ ਕੇ ਖੜਾ ਔਰ ਕਹਿ ਰਿਹਾ ਕਿ ਤੇਰੇ ਵਰਗੇ ਕ੍ਰਿਮੀਨਲ ਨੂੰ ਪਨਿਸ਼ ਕਰਨਾ ਹੈ, ਕਰਵਾਉਣਾ ਹੈ, ਤੈਨੂੰ ਤੇਰੇ ਪਾਪਾਂ ਦੀ ਸਜ਼ਾ ਦਿਵਾਉਣੀ ਹੈ। ਨੈਟਵਰਕ ਤੁਸੀਂ ਦੇਖੋ, ਜੱਗੂ ਭਗਵਾਨਪੁਰੀਏ ਦਾ, ਪੰਜਾਬ ਪੁਲਿਸ ਦਾ ਨੈਟਵਰਕ ਫੇਲ ਹੈ, ਆਪਣਾ DGP ਨਹੀਂ ਲੱਭ ਸਕਦੇ, ਫਾਰਮਰ DGP। ਕੋਸ਼ਿਸ਼ ਮੇਰੀ ਉਹੀ ਹੈ ਅੱਜ ਵੀ ਕਿ ਜਿਹੜੇ ਆਫਿਸਰ ਸਹੀ ਨੇ ਉਹਨਾਂ ਦਾ ਕਦੇ ਨੁਕਸਾਨ ਨਾ ਹੋਵੇ, ਜੇ ਉਹਨਾਂ ਦਾ ਸਿਸਟਮ ਦੇ ਵਿੱਚ ਨੁਕਸਾਨ ਹੋਵੇ ਤਾਂ ਮੈਂ ਉਹਨਾਂ ਲਈ ਖੜਾ ਹੋਵਾਂ। ਔਰ ਇਹੋ ਜਿਹੇ ਆਫਿਸਰਸ ਜਿਹੜੇ ਸਿਸਟਮ ਨੂੰ ਖਤਮ ਕਰਨ ਲੱਗੇ ਹੋਏ ਆ ਜਾਂ ਖਰਾਬ ਕਰਨ ਲੱਗੇ ਹੋਏ ਆ, ਉਹਨਾਂ ਦੇ ਮੈਂ ਹਮੇਸ਼ਾ ਖਿਲਾਫ ਖੜਾ ਵੀ ਹਾਂ ਔਰ ਖੜਾ ਰਵਾਂਗਾ ਵੀ। ਅੱਜ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਸ਼ਖਸ ਨਾਲ ਮਿਲਾਨੇ ਆ ਜਿਨ੍ਹਾਂ ਦੇ ਦਾਦਾ ਜੀ IAS, ਪਿਤਾ ਜੀ DGP, IPS ਤੇ ਖੁਦ ਵੀ IPS ਬਣਨ ਦਾ ਸੁਪਨਾ ਦੇਖਦੇ ਸੀ ਕਿ ਲੇਕਿਨ ਜਦੋਂ ਸਿਸਟਮ ਦੇ ਵਿੱਚ ਆਏ ਤਾਂ ਦੇਖਿਆ ਕਿ ਇਹ ਸਿਸਟਮ ਨੂੰ ਬਦਲਣ ਦੀ ਲੋੜ ਹੈਗਾ ਤੇ ਇਹਨਾਂ ਨੇ ਖੁਦ ਦੇ IPS ਦੀ ਜਿਹੜੀ ਟ੍ਰੇਨਿੰਗ ਦੇ ਵਿੱਚ ਹੀ ਆਪਣਾ ਸਫ਼ਰ ਨੂੰ ਵਿੱਚ ਰੋਕ ਦਿੱਤਾ ਤੇ ਉਸ ਤੋਂ ਬਾਅਦ ਵਕਾਲਤ ਦਾ ਰਸਤਾ ਫੜਿਆ। ਮੇਰੇ ਨਾਲ ਹੈਗੇ ਆ ਇਸ ਵੇਲੇ ਐਡਵੋਕੇਟ ਪ੍ਰਦੀਪ ਵਿਰਕ ਜੀ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਪ੍ਰਦੀਪ ਜੀ, ਅਸੀਂ ਬੜਾ ਚੀਜ਼ ਸਿੱਖੀ ਤੁਹਾਡੇ ਤੋਂ ਕਿ ਕਿਵੇਂ ਇੱਕ ਸੁਪਨੇ ਨੂੰ ਪੂਰਾ ਕਰਨਾ ਹੈ ਤੇ ਉਹ ਸੁਪਨਾ ਜਦੋਂ ਪੂਰਾ ਹੁੰਦਾ ਹੈ ਤੇ ਉਹ ਪੂਰਾ ਹੁੰਦੇ ਅਸੀਂ ਨਵਾਂ ਰਾਹ ਫੜ ਲੈਂਦੇ ਹਾਂ। ਉਹ ਤੁਹਾਡੀ ਜ਼ਿੰਦਗੀ ਦੇ ਉੱਤੇ ਵੀ ਦਿਖਦਾ ਹੈ ਕਿਉਂਕਿ ਤੁਸੀਂ ਸੁਪਨਾ ਦੇਖਿਆ ਸੀਗਾ ਕਿ IPS ਜਾਂ IAS ਬਣਨਾ ਹੈ, ਤੁਸੀਂ ਉਹਦੇ 'ਚ ਕਲੀਅਰ ਵੀ ਕਰ ਲਿਆ, ਲੇਕਿਨ ਵਿੱਚ ਆਪਣੀ ਤੁਸੀਂ ਟ੍ਰੇਨਿੰਗ ਛੱਡ ਕੇ ਤੁਸੀਂ ਸਿਸਟਮ ਨੂੰ ਸੁਧਾਰਨ ਆ ਗਏ। ਇਸ ਤਰ੍ਹਾਂ ਦਾ ਫੈਸਲਾ ਕਿਉਂ ਲੈਣਾ ਪਿਆ? ਵੇਖੋ, ਫੈਮਿਲੀ ਬੈਕਗਰਾਉਂਡ ਜਦੋਂ ਹੁੰਦੀ ਹੈ ਕਿ ਦਾਦਾ ਜੀ IAS ਔਰ ਫਾਦਰ IPS, ਸੋ ਜਨਰਲੀ ਤਾਂ ਪਹਿਲਾ ਪ੍ਰੈਸ਼ਰ ਹੀ ਹੁੰਦਾ ਹੈ ਕਿ ਐਗਜ਼ਾਮ ਇੱਕ ਵਾਰੀ ਤਾਂ ਦਿਓ ਔਰ ਕਲੀਅਰ ਕਰੋ। ਕਰ ਵੀ ਲਿਆ, ਸ਼ੌਕ ਵੀ ਸੀ ਸਰਵਿਸ ਦੇ ਵਿੱਚ ਆਉਣ ਦਾ, ਪਰ ਜਦੋਂ ਆਉਣ ਤੋਂ ਬਾਅਦ ਤੁਸੀਂ ਯੂਨੀਫਾਰਮ ਪਾ ਲੈਂਦੇ ਹੋ, ਇਟ ਇਜ਼ ਵਨ ਥਿੰਗ ਕਿ ਤੁਸੀਂ ਕਹੋ ਕਿ ਯੂਨੀਫਾਰਮ ਦਾ ਇੱਕ ਫਰਜ਼ ਹੈ। ਤੁਸੀਂ ਸਿੱਖੋ ਫੈਮਿਲੀ ਵੈਲਿਊਜ਼ ਜਾਂ ਆਪਣੇ ਫਾਦਰ ਤੋਂ ਸਿੱਖਿਆ ਹੋਵੇ ਜਦੋਂ ਬੱਚੇ ਨੇ ਕਿ ਵਰਦੀ ਕਫਨ ਹੁੰਦਾ ਹੈ, ਉਹ ਪ੍ਰਿੰਸੀਪਲਸ ਹੰਡਾਏ ਹੋਣ, ਔਰ ਫਿਰ ਜਦੋਂ ਤੁਸੀਂ ਵਰਦੀ ਪਾ ਲੈਂਦੇ ਹੋ, ਵਰਦੀ ਪਾਉਣ ਤੋਂ ਬਾਅਦ ਜਿਹੜਾ ਤੁਹਾਡੇ ਅੰਦਰ ਉਹ ਫਰਜ਼ ਜਾਗਦਾ ਹੈ, ਉਹ ਤੁਹਾਨੂੰ ਇਹ ਰਿਅਲਾਈਜ਼ ਕਰਾ ਦਿੰਦਾ ਹੈ ਕਿ ਹੁਣ ਤੁਹਾਡੇ 'ਚੋਂ ਜਜ਼ਬਾ ਆਉਣ ਤੋਂ ਬਾਅਦ ਕੈਨ ਯੂ ਸੈਲਿਊਟ ਪਰਸਨ ਵਿਦ ਅ ਟੇਂਟਡ ਯੂਨੀਫਾਰਮ। ਇੱਕ ਦਾਗਦਾਰ ਵਰਦੀ ਵਾਲੇ ਨੂੰ ਜਾਂ ਉਹ ਵਰਦੀ ਵਾਲੇ ਜਿਨ੍ਹਾਂ ਦੇ ਵਰਦੀ 'ਤੇ ਕ੍ਰਾਈਮ ਦੇ ਛਿੱਟੇ ਪਏ ਹੋਏ ਹੈ, ਮਤਲਬ ਮੈਂ ਨਹੀਂ ਕਹਾਂਗਾ ਸਿਰਫ ਕਤਲ ਦੇ, ਹਰ ਤਰ੍ਹਾਂ ਦੇ ਗਲਤ ਕੰਮਾਂ ਦੇ ਧੱਬੇ ਉਹਨਾਂ ਦੀ ਵਰਦੀਆਂ 'ਤੇ, ਕੀ ਤੁਸੀਂ ਉਹਨਾਂ ਦੀ ਇੱਜ਼ਤ ਕਰ ਸਕਦੇ ਹੋ? ਕੀ ਤੁਸੀਂ ਉਹਨਾਂ ਨੂੰ ਸੈਲਿਊਟ ਕਰ ਸਕਦੇ ਹੋ? ਕੀ ਉਹਨਾਂ ਦੀ ਰਿਸਪੈਕਟ ਕਰਨ ਤੋਂ ਬਾਅਦ, ਕੀ ਉਹਨਾਂ ਨੂੰ ਸੈਲਿਊਟ ਕਰਨ ਤੋਂ ਬਾਅਦ ਪਬਲਿਕ ਤੁਹਾਡੇ ਵਿੱਚ ਫੇਥ ਰੱਖੂਗੀ? ਕੀ ਤੁਹਾਡਾ ਜ਼ਮੀਰ ਉਸ ਚੀਜ਼ ਦੀ ਇਜਾਜ਼ਤ ਦਿੰਦਾ? ਜਦੋਂ ਤੁਸੀਂ ਉਹ ਵਰਦੀ ਪਾ ਲੈਂਦੇ ਹੋ, ਕਿਤੇ ਨਾ ਕਿਤੇ ਉਹ ਬੋਝ ਸਤਾਉਂਦਾ ਹੈ। ਐਂਡ ਅਬਵ ਆਲ, ਜਦੋਂ ਤੁਸੀਂ ਇਹ ਰਿਅਲਾਈਜ਼ ਕਰ ਲੈਂਦੇ ਹੋ ਕਿ ਜੇ ਇਨਸਾਫ ਦੀ ਲੜਾਈ ਹੀ ਲੜਨੀ ਹੈ, ਵਰਦੀ ਦੀ ਇੱਜ਼ਤ ਰਿਸਟੋਰ ਕਰਨੀ ਹੈ, ਤੇ ਤੁਹਾਨੂੰ ਜਾਣਾ ਅਖੀਰ ਦੇ ਵਿੱਚ ਕੋਰਟ ਦੇ ਵਿੱਚ ਹੀ ਪੈਂਦਾ ਹੈ, ਜਿੱਥੇ ਤੁਸੀਂ ਇੰਡੀਪੈਂਡੈਂਟਲੀ ਕੰਮ ਕਰ ਸਕਦੇ ਹੋ। ਤੁਸੀਂ ਇੰਡੀਪੈਂਡੈਂਟਲੀ ਕੰਮ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਮਤਲਬ ਇੱਕ ਸਿਸਟਮ ਦਾ ਹਿੱਸਾ ਬਣੇ ਹੋਏ ਹੋ। ਜਦੋਂ ਤੱਕ ਤੁਸੀਂ ਇੱਕ IPS ਦੇ ਵਿੱਚ ਬੈਠੇ ਹੋ, ਤੁਹਾਡਾ ਸੀਨੀਅਰਸ ਬੈਠੇ ਆ, ਤੁਸੀਂ ਕੋਈ ਇਨਕੁਆਇਰੀ ਕਰਤੀ, ਕੁਝ ਕਰਤਾ, ਕਿਸੇ ਨੂੰ ਇੰਡਾਈਟ ਕਰਤਾ, ਕਿਸੇ ਦੇ ਖਿਲਾਫ FIR ਰਜਿਸਟਰ ਕਰਤੀ, ਕਿਸੇ ਸੀਨੀਅਰ ਦੀ ਕਰਪਸ਼ਨ ਦਾ ਪਤਾ ਲੱਗ ਗਿਆ, ਤੁਸੀਂ ਉਹਦੇ 'ਤੇ FIR ਰਜਿਸਟਰ ਕਰਤੀ, ਤਾਂ ਜੂਨੀਅਰ ਆਫਿਸਰ ਹੋਣ ਦੇ ਨਾਤੇ ਸੀਨੀਅਰ ਉਹ ਕੈਂਸਲ ਕਰ ਦੂਗਾ। ਉਸ ਚੀਜ਼ ਨੂੰ ਤੁਸੀਂ ਕਿਵੇਂ ਹੈਂਡਲ ਕਰੋਗੇ? ਉਸ ਚੀਜ਼ ਨੂੰ ਹੈਂਡਲ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਜਿੱਥੇ ਕੰਮ ਕਰੋ ਇੰਡੀਪੈਂਡੈਂਟਲੀ ਕਰੋ। ਹੁਣ ਇੰਡੀਪੈਂਡੈਂਟ ਲਈ ਤਾਂ ਫਿਰ ਨੈਚੁਰਲੀ IPS ਦੀ ਜੌਬ ਛੱਡਣੀ ਸੀ, ਔਰ ਉਸ ਯੂਨੀਫਾਰਮ ਨੂੰ ਬੇਦਾਗ ਕਰਨ ਦੇ ਲਈ ਉਹਨਾਂ ਸੀਨੀਅਰਸ ਨੂੰ ਸਭ ਤੋਂ ਪਹਿਲਾਂ ਹੱਥ ਪਾਉਣਾ ਜ਼ਰੂਰੀ ਸੀ ਜਿਨ੍ਹਾਂ ਨੇ ਇਸ ਵਰਦੀ ਨੂੰ ਦਾਗਦਾਰ ਬਣਾਇਆ ਸੀ, ਜਿਨ੍ਹਾਂ ਨੇ ਪਬਲਿਕ ਦੇ ਵਿੱਚ ਉਹ ਜਿਹੜਾ ਕੌਨਫੀਡੈਂਸ ਸੀ, ਉਹ ਇੱਕ ਪਬਲਿਕ ਦੇ ਵਿੱਚ ਇੱਜ਼ਤ ਸੀ ਵਰਦੀ ਦੀ, ਉਹ ਖਤਮ ਕੀਤੀ ਸੀ। ਜਿਹੜੇ ਰਕਸ਼ਕ ਭਕਸ਼ਕ ਬਣੇ ਸੀ ਵਰਦੀ ਦੇ, ਸਭ ਤੋਂ ਪਹਿਲਾਂ ਉਹਨਾਂ ਨੂੰ ਸਬਕ ਸਿਖਾਉਣਾ, ਉਹਨਾਂ ਨੂੰ ਹੱਥ ਪਾਉਣਾ ਜ਼ਰੂਰੀ ਸੀ, ਜੋ ਮੈਂ ਕੀਤਾ। ਵਿਕਸਾ, ਪਰ ਇਹ ਵਿੱਚ ਰਹਿ ਕੇ ਵੀ ਤਾਂ ਹੋ ਸਕਦਾ ਸੀਗਾ ਜਦੋਂ ਤੁਸੀਂ ਸਿਸਟਮ ਦੇ ਵਿੱਚ ਸੀਗੇ, ਤੁਸੀਂ ਉਹਨਾਂ ਅਧਿਕਾਰੀਆਂ ਦੇ ਨਾਲ ਜਦੋਂ ਤੁਸੀਂ ਜੁਆਇਨ ਕਰਨਾ ਸੀਗਾ, ਅਗਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਕਰਨੀ ਸੀਗੀ, ਉਹ ਕੰਪਲੇਂਟ ਅੱਗੇ ਤੁਹਾਡੇ ਸੀਨੀਅਰ ਨੇ ਰੱਦ ਕਰ ਦੇਣੀ ਸੀ, ਉਸ ਤੋਂ ਬਾਅਦ ਤੁਹਾਨੂੰ ਫਿਰ ਜਿਹੜਾ ਰਾਹ ਕੋਰਟ ਦਾ ਹੀ ਅਪਣਾਉਣਾ ਪੈਣਾ, ਲੇਕਿਨ ਕੀ ਵਿੱਚ ਰਹਿ ਕੇ ਨਹੀਂ ਇਹ ਸਭ ਚੀਜ਼ ਹੋ ਸਕਦੀ ਸੀ? ਸਰ, ਸਿਸਟਮ ਦੇ ਤਾਂ ਮੈਂ ਅਜੇ ਵੀ ਵਿੱਚ ਹਾਂ, ਇੰਡੀਪੈਂਡੈਂਟਲੀ ਵਿੱਚ ਹਾਂ, ਇਨ ਦ ਸੈਂਸ ਜੇ ਮੈਂ ਇੰਡੀਆ ਛੱਡ ਕੇ ਭੱਜਿਆ ਹੁੰਦਾ, ਤੁਸੀਂ ਗੱਲ ਕਹਿੰਦੇ ਕਿ ਜੀ ਭੱਜ ਗਏ, ਫਿਰ ਮੈਂ ਸਿਸਟਮ 'ਚੋਂ ਬਾਹਰ ਸੀ। ਅੱਜ ਮੈਂ ਉਸੇ ਸਿਸਟਮ ਦੇ ਵਿੱਚ ਹਾਂ, ਕਿਸੇ ਦੇ ਖਿਲਾਫ ਤੁਸੀਂ ਕੰਪਲੇਂਟ ਦਰਜ ਕਰਵਾ ਲਓ। ਹੁਣ ਮੁਲਤਾਨੀ ਕੇਸ ਲੈ ਲਓ, ਸੁਮੇਧ ਸਿੰਘ ਸੈਣੀ 'ਤੇ ਜੇ ਧਾਰਾ 302 SIT ਨੇ ਪਰਚਾ ਦਰਜ ਕਰਨ ਲੱਗਿਆ ਨਹੀਂ ਲਾਈ ਤੇ ਕੋਰਟ ਨੇ ਲਾਤੀ। ਲੜਾਈ ਤਾਂ ਅਖੀਰ ਦੇ ਵਿੱਚ ਕੋਰਟ ਦੇ ਵਿੱਚ ਹੀ ਹੋਣੀ ਹੈ ਨਾ।
ਜਿਹੜੇ ਵਰਦੀ ਵਾਲੇ ਆਪ ਕਿਤੇ ਨਾ ਕਿਤੇ ਉਹਨਾਂ ਨਾਲ ਧੱਕਾ ਹੋ ਜਾਂਦਾ ਹੈ, ਉਹਨਾਂ ਨੂੰ ਵੀ ਤਾਂ ਇਨਸਾਫ ਕੋਰਟ ਹੀ ਦਿੰਦੀ ਹੈ ਨਾ, ਕਚਹਿਰੀ 'ਚੋਂ ਹੀ ਲੈਣਾ ਪੈਂਦਾ ਹੈ। ਹੁਣ ਉਹ ਤਾਂ ਇੱਕ ਇੰਡੀਪੈਂਡੈਂਟ ਲਾਇਰ ਹੀ ਲੜਦਾ ਹੈ ਅਖੀਰ ਦੇ ਵਿੱਚ, ਅਲਟੀਮੇਟ ਜਸਟਿਸ ਵਿਲ ਪ੍ਰੀਵੇਲ ਇਨ ਦਾ ਕੋਰਟ। ਲੇਕਿਨ ਹੁਣ ਪੁਲਿਸ ਦੇ ਵਿੱਚ ਹੁੰਦਿਆਂ ਤੁਸੀਂ ਪਰਚਾ ਦਰਜ ਕਰ ਲਓ ਔਰ ਤਫਤੀਸ਼ ਸਿਰੇ ਤੱਕ ਨਾ ਲਿਜਾ ਸਕੋ, ਤੇ ਅੱਗੇ ਤੁਸੀਂ ਕੀ ਐਕਸਪੈਕਟ ਕਰਦੇ ਹੋ? ਸਿਸਟਮ ਦਾ ਪਾਰਟ ਮੈਂ ਅਜੇ ਵੀ ਹਾਂ, ਪਰ ਇੱਕ ਇੰਡੀਪੈਂਡੈਂਟ ਹਿੱਸਾ ਹੈਗਾ ਉਸ ਸਿਸਟਮ ਦਾ, ਜਿੱਥੇ ਮੈਨੂੰ ਕੋਈ ਕੰਪੈਲ ਨਹੀਂ ਕਰ ਸਕਦਾ ਕਿ ਆਹ ਚੀਜ਼ ਤੇਰੇ ਤੋਂ ਮੈਂ ਆਹ ਫਾਈਲ ਲੈ ਲਈ, ਹੁਣ ਕਰ ਕੀ ਕਰਨਾ ਹੈ। ਜਦੋਂ ਹੀ ਕਲਾਇੰਟ ਨੇ ਮੇਰੇ 'ਚ ਫੇਥ ਰਿਪੋਜ਼ ਕਰਕੇ ਫਾਈਲ ਜਿੰਨੀ ਦੇਰ ਮੇਰੇ ਕੋਲ ਛੱਡੀ ਹੈ, ਉਹ ਕਲਾਇੰਟ ਦਾ ਕੇਸ ਹੈ, ਕੇਸ ਮੇਰਾ ਨਹੀਂ ਹੈ। ਜੇ ਮੈਨੂੰ ਇੰਡੀਪੈਂਡੈਂਟਲੀ ਕਰਨਾ ਹੈ, ਮੇਰੇ ਕੋਲ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਆਪਸ਼ਨ ਹੈ। ਸੋ ਉਹ ਆਪਸ਼ਨਸ ਮੇਰੇ ਕੋਲ ਹੈਗੀਆਂ, ਇੰਡੀਪੈਂਡੈਂਟਲੀ ਲੜਨ ਦੀ ਔਰ ਕਲਾਇੰਟਲੀ ਲੜਨ ਦੀ। ਜਿਹੜੇ ਕਲਾਇੰਟ ਨੇ ਫੇਥ ਕਰਕੇ ਵਕਾਲਤਨਾਮਾ ਸਾਈਨ ਕਰਤਾ ਇੱਕ ਵਾਰੀ, ਉਹਨੂੰ ਇਨਸਾਫ ਦਿਵਾਉਣ ਦੇ ਲਈ ਮੈਂ ਕਿਸੇ ਵੀ ਹੱਦ ਤੱਕ ਲੜ ਸਕਦਾ, ਔਰ ਉਹ ਲੀਗਲ ਪੈਰਾਮੀਟਰਸ ਦੇ ਵਿੱਚ ਲੜਦਿਆਂ ਹੋਇਆਂ ਮੇਰੀ ਜਿਹੜੀ ਇੰਡੀਪੈਂਡੈਂਸ ਹੈ ਉਹ ਪੈਰਾਮਾਊਂਟ ਹੈ। ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜਿਹਦੇ ਕਰਕੇ ਮੇਰੇ ਰਿਜ਼ਲਟ ਜਿਹੜੇ ਹੈਗੇ ਹੈ ਉਹ ਕਿਸੇ ਹੋਰ ਦੀ ਐਫਰਟ 'ਤੇ ਡਿਪੈਂਡੈਂਟ ਨਹੀਂ ਹੈ। ਸੋ ਇਸ ਕਰਕੇ IPS ਦੇ ਵਿੱਚ ਹੁੰਦਿਆਂ ਮੈਂ ਇਹੋ ਜਿਹਾ ਕੁਝ ਨਹੀਂ ਕਰ ਸਕਦਾ ਸੀ। ਹੁਣ ਮੰਨ ਲਓ ਮੈਂ ਕਿਸੇ ਆਫਿਸਰ 'ਤੇ FIR ਵੀ ਦਰਜ ਕਰਾਂ, ਮੇਰਾ ਸੀਨੀਅਰ ਉਹਨੂੰ ਕੈਂਸਲ ਕਰ ਦਿੰਦਾ, ਕੋਈ ਆਪਸ਼ਨ ਹੀ ਨਹੀਂ ਸੀ। ਇੱਥੇ 100 ਆਪਸ਼ਨਸ ਨੇ। ਪੁਲਿਸ ਪਰਚੇ ਨਹੀਂ ਕਰਦੀ, ਅਸੀਂ ਕੋਰਟ ਜਾ ਕੇ FIR ਕਰਾ ਲਈਦੀ ਹੈ। FIR ਕਰਤੀ, ਉਹਨੂੰ ਕੈਂਸਲ ਕਰਤਾ, ਪ੍ਰੋਟੈਸਟ ਪਟੀਸ਼ਨ ਦੀ ਆਪਸ਼ਨ ਹੁੰਦੀ ਹੈ। ਸੋ ਦੈਟ ਇੰਡੀਪੈਂਡੈਂਟ ਅਥਾਰਟੀ ਉਹ ਰਹਿ ਜਾਂਦੀ ਹੈ। ਸਿਰਫ ਇੱਕੋ ਹੀ ਚੀਜ਼ ਸੀ ਕਿ ਜੇ ਐਗਜ਼ਾਮ ਨਾ ਕਲੀਅਰ ਕੀਤਾ ਹੁੰਦਾ ਤੇ ਮੇਰੇ ਤੇ ਇੱਕ ਸਟਿਗਮਾ ਹੁੰਦਾ ਕਿ ਜੀ ਪੁਲਿਸ ਵਾਲੇ ਦਾ ਬੇਟਾ ਹੈ, ਵਿਗੜਿਆ ਹੋਇਆ ਹੈ, ਕਰਨ ਦੇ ਕਾਬਿਲ ਨਹੀਂ ਸੀ। ਹੁਣ ਐਟਲੀਸਟ ਕੋਈ ਉਹ ਨਹੀਂ ਕਹਿੰਦਾ, ਐਟਲੀਸਟ ਇੰਨਾ ਹੈ ਕਿ ਨਹੀਂ ਕਰਨ ਦੇ ਕਾਬਿਲ ਸੀ। ਆਪ ਤੁਸੀਂ ਗੱਲ ਬਿਲਕੁਲ ਸਹੀ ਕੀਤੀ। ਮੇਰਾ ਸਵਾਲ ਵੀ ਇਹੀ ਸੀਗਾ ਤੁਹਾਡੇ ਤੋਂ ਕਿ ਅਕਸਰ ਅਸੀਂ ਵੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਸੈਲੀਬ੍ਰਿਟੀ ਫੇਸ ਹੁੰਦਾ ਹੈ, ਜਿਨ੍ਹਾਂ ਦੇ IPS IAS ਦੇ ਬੱਚੇ ਹੁੰਦੇ ਹੈ, ਉਹ ਕੁਛ ਇਸੇ ਤਰੀਕੇ ਦੇ ਕੁਛ ਵਿਗੜਾਏ ਤਰੀਕੇ ਦੇ ਉਹਨਾਂ ਦੇ ਉੱਤੇ ਲੱਗ ਜਾਂਦਾ, ਸਟਿਗਮਾ ਲੱਗ ਜਾਂਦਾ ਹੈ। ਤੁਸੀਂ ਸਾਫ਼ ਕਿਹਾ ਹੈ ਕਿ ਤੁਸੀਂ ਸਟਿਗਮਾ ਤੋਂ ਬਾਹਰ ਆਉਣ ਲਈ ਤੁਸੀਂ ਆਪਣਾ ਕਰੀਅਰ ਹੀ ਉਸ ਤਰੀਕੇ ਨਾਲ ਚੁਣ ਲਿਆ ਕਿ ਕੋਈ ਤੁਹਾਡੇ ਤੇ ਇਲਜ਼ਾਮ ਹੀ ਨਾ ਲਾ ਸਕੇ। ਬਿਲਕੁਲ ਜੀ, ਦੇਖੋ ਵੈਸੇ ਵੀ ਕੋਈ ਸ਼ੌਕ ਨਹੀਂ ਸੀ ਕਿ ਸਿਰਫ ਐਗਜ਼ਾਮ ਦੇ ਕੇ ਰਿਜ਼ਾਈਨ ਕਰਾਂ। ਸ਼ੌਕ ਤਾਂ ਵਰਦੀ ਪਾਉਣ ਦਾ ਹੀ ਸੀ। ਅੱਜ ਵੀ ਇੱਕ ਵਰਦੀ ਪਾਈ ਹੈ, ਲਾਇਰ ਦੀ ਯੂਨੀਫਾਰਮ ਪਾ ਕੇ ਕਰ ਰਿਹਾ। ਯੂਨੀਫਾਰਮ ਦਾ ਧਰਮ ਉਹੀ ਹੈ, ਪਰ ਗੱਲ ਇਹ ਹੈ ਕਿ ਪ੍ਰਿੰਸੀਪਲਸ ਉਹੀ, ਸਾਰਾ ਕੁਝ ਉਹੀ, ਟਾਈਪ ਆਫ ਯੂਨੀਫਾਰਮ ਚੇਂਜ ਹੋਈ ਹੈ। ਦੂਜੀ ਗੱਲ, ਜਦੋਂ ਤੁਸੀਂ ਖਾਕੀ ਪਾ ਲੈਂਦੇ ਹੋ, ਕੁਝ ਉਹਦੇ ਬੇਸਿਕ ਪ੍ਰਿੰਸੀਪਲਸ ਹੁੰਦੇ ਆ ਜਿਹਨੂੰ ਤੁਸੀਂ ਵਾਇਲੇਟ ਨਹੀਂ ਕਰ ਸਕਦੇ। ਜਿਵੇਂ ਕਿ ਤੁਸੀਂ ਜਾ ਕੇ ਸੈਲਿਊਟ ਕਰਨਾ ਆਪਣੇ ਸੀਨੀਅਰ ਨੂੰ। ਹੁਣ ਉਹ ਜਦੋਂ ਤੁਸੀਂ ਸੀਨੀਅਰ ਨੂੰ ਸੈਲਿਊਟ ਕਰ ਰਹੇ ਹੋ, ਹੁਣ ਮੰਨ ਲਓ ਸੁਮੇਧ ਸੈਣੀ, ਅੱਜ ਮੈਂ IPS ਹੁੰਦਿਆਂ ਉਹਨੂੰ ਮਿਲਦਾ, ਭਾਵੇਂ ਉਹ ਰਿਟਾਇਰ ਹੋ ਗਿਆ, ਮੈਂ ਉਹਨੂੰ ਸੈਲਿਊਟ ਕਰਦਾ। ਅੱਜ ਮੈਂ ਨਹੀਂ ਕਰਦਾ। ਅੱਜ ਮੈਂ ਉਹਦੇ ਉਲਟ ਖੜਾ ਸੀ ਨਾ, ਠੋਕ ਕੇ ਖੜਾ, ਔਰ ਕਹਿ ਰਿਹਾ ਕਿ ਤੇਰੇ ਵਰਗੇ ਕ੍ਰਿਮੀਨਲ ਨੂੰ ਪਨਿਸ਼ ਕਰਨਾ ਹੈ, ਕਰਵਾਉਣਾ ਹੈ, ਤੈਨੂੰ ਤੇਰੇ ਪਾਪਾਂ ਦੀ ਸਜ਼ਾ ਦਿਵਾਉਣੀ ਹੈ। ਸੋ ਉਹ ਯੂਨੀਫਾਰਮ ਦੇ ਜਿਹੜੇ ਪ੍ਰਿੰਸੀਪਲਸ ਹੁੰਦੇ ਹੈ, ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ, ਔਰ ਉਹਨਾਂ ਨੂੰ ਫੋਲੋ ਕਰਦਿਆਂ ਹੋਇਆਂ ਸਹੀ ਰਾਹ 'ਤੇ ਰਹਿਣਾ ਬਹੁਤ ਜ਼ਰੂਰੀ ਹੈ। ਔਰ ਜੇ ਉਹਨਾਂ ਦੇ ਵਿੱਚ ਕਿਤੇ ਕਨਫਲਿਕਟ ਆ ਰਿਹਾ ਹੋਵੇ, ਤਾਂ ਮੇਰੇ ਖਿਆਲ ਨਾਲ ਇੱਕ ਸਿੰਪਲਰ ਵੇ ਆਊਟ ਇਹ ਹੁੰਦਾ ਹੈ ਕਿ ਤੁਸੀਂ ਉਹਦੇ ਤੋਂ ਬਾਹਰ ਆ ਕੇ ਲੜ ਲਓ। ਔਰ ਹੁਣ ਹੋ ਕੀ ਗਿਆ ਕਿ ਯੂਨੀਫਾਰਮ ਦੇ ਵਿੱਚ ਜਿਹੜਾ ਪਬਲਿਕ ਫੇਥ ਹੈ ਉਹ ਖਤਮ ਹੋ ਗਿਆ ਹੈ। ਇਹ ਚੀਜ਼ ਠੀਕ ਹੈ, ਦਾਗਦਾਰ ਸੀਨੀਅਰ ਸੁਮੇਧ ਸਿੰਘ ਸੈਣੀ ਵਰਗੇ ਜਦੋਂ ਹੈਲਮ ਆਫ ਅਫੇਅਰਸ 'ਤੇ ਆਉਣਗੇ, ਇਹ ਬੜਾ ਗਲਤ ਪ੍ਰੈਸੀਡੈਂਟ ਬਣੂਗਾ, ਗਲਤ ਚੀਜ਼ਾਂ ਹੋਣਗੀਆਂ, ਉਹਦਾ ਅੱਜ ਅਸਰ ਨਜ਼ਰ ਆ ਰਿਹਾ ਹੈ। ਅੱਜ ਪਬਲਿਕ ਕੌਨਫੀਡੈਂਸ ਜਿਹੜਾ ਹੈ, ਪਬਲਿਕ ਫੇਥ ਹੈ ਯੂਨੀਫਾਰਮ ਪਾਉਣ ਵਾਲਿਆਂ ਦੇ ਵਿੱਚ, ਉਹ ਖਤਮ ਹੋ ਚੁੱਕਿਆ ਹੈ। ਸੋ ਮੇਰੀ ਕੋਸ਼ਿਸ਼ ਆਹੀ ਹੈ ਕਿ ਕਿਤੇ ਨਾ ਕਿਤੇ ਵਰਦੀਆਂ ਬੇਦਾਗ ਕਰੀਏ ਦੁਬਾਰਾ, ਤਾਂ ਕਿ ਪਬਲਿਕ ਦਾ ਪੁਲਿਸ ਦੇ ਵਿੱਚ ਕੌਨਫੀਡੈਂਸ ਦੁਬਾਰਾ ਇਨਫਿਊਜ਼ ਹੋਏ। ਜੇ ਸੁਮੇਧ ਸਿੰਘ ਸੈਣੀ ਵਰਗੇ ਹੋਰ ਇਹਦੇ ਸੀ, ਇਹ ਨਹੀਂ ਹੈ ਕਿ ਸੁਮੇਧ ਸਿੰਘ ਸੈਣੀ ਇੱਕ ਹੈ, ਬਹੁਤ ਆਫਿਸਰਸ ਇਹਦੇ ਵਰਗੇ ਹੋਣੇ ਆ ਜਿਹੜੇ ਇਹਨੂੰ ਆਪਣਾ ਰੱਬ ਮੰਨਦੇ ਹੋਣੇ ਆ, ਬੜੀ ਸਾਫ਼ ਗੱਲ ਹੈ। ਔਰ ਉਹ IPS ਆਫਿਸਰਸ ਹੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਦੇਖੋ ਅਸੀਂ ਤਾਂ ਸੁਮੇਧ ਸੈਣੀ ਵਰਗੇ ਬਣਨਾ, ਅਸੀਂ ਤਾਂ ਇਹਦੇ ਤੋਂ ਸਿੱਖਿਆ। ਉਹਨਾਂ ਦੇ ਵਿੱਚ ਕਾਨੂੰਨ ਦਾ ਡਰ ਪਾਉਣਾ, ਵਰਦੀ ਦੀ ਰਿਸਪੈਕਟ ਪਾਉਣੀ ਬਹੁਤ ਜ਼ਰੂਰੀ ਹੈ। ਉਹ ਤੁਸੀਂ ਵਰਦੀ 'ਚ ਰਹਿ ਕੇ ਨਹੀਂ ਕਰ ਸਕਦੇ। ਇਹੋ ਜਿਹੇ ਜਿਹੜੇ ਆਫਿਸਰਸ ਨੂੰ ਇਹ ਲੱਗਦਾ ਸੀ, ਉਹਨਾਂ ਦਾ ਵਹਿਮ ਕੱਢਣਾ, ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਉਹਨਾਂ ਨੂੰ ਕੱਸਣਾ, ਉਹਨਾਂ ਦੀ ਇੱਕ ਐਗਜ਼ਾਮਪਲ ਬਣਾਉਣੀ, ਤਾਂ ਕਿ ਉਹੋ ਜਿਹੇ ਨਵੇਂ ਆਫਿਸਰਸ ਕਦੇ ਆਪਣੀ ਸੋਚ ਬਣਾਉਣ ਦੀ ਵੀ ਨਾ ਸੋਚਣ ਉਹੋ ਜਿਹੀ ਸੋਚ। ਇਹ ਬਹੁਤ ਜ਼ਰੂਰੀ ਚੀਜ਼ ਹੈ। ਕੋਸ਼ਿਸ਼ ਮੇਰੀ ਉਹੀ ਹੈ ਅੱਜ ਵੀ ਕਿ ਜਿਹੜੇ ਆਫਿਸਰ ਸਹੀ ਨੇ ਉਹਨਾਂ ਦਾ ਕਦੇ ਨੁਕਸਾਨ ਨਾ ਹੋਵੇ। ਜੇ ਉਹਨਾਂ ਦਾ ਕੋਈ ਸਿਸਟਮ ਦੇ ਵਿੱਚ ਨੁਕਸਾਨ ਹੋਵੇ ਤਾਂ ਮੈਂ ਉਹਨਾਂ ਲਈ ਖੜਾ ਹੋਵਾਂ। ਔਰ ਇਹੋ ਜਿਹੇ ਆਫਿਸਰਸ ਜਿਹੜੇ ਸਿਸਟਮ ਨੂੰ ਖਤਮ ਕਰਨ ਲੱਗੇ ਹੋਏ ਆ ਜਾਂ ਖਰਾਬ ਕਰਨ ਲੱਗੇ ਹੋਏ ਆ, ਉਹਨਾਂ ਦੇ ਮੈਂ ਹਮੇਸ਼ਾ ਖਿਲਾਫ ਖੜਾ ਵੀ ਹਾਂ ਔਰ ਖੜਾ ਰਵਾਂਗਾ ਵੀ। ਵੇਖ ਸਾਹਿਬ, ਇਸ ਤਰੀਕੇ ਦੇ ਹੋਰ ਵੀ ਕੋਈ ਮਗਰਮੱਛ ਹੈਗੇ ਹੈ, ਕੋਈ ਅਫਸਰ ਹੈਗੇ ਇਸ ਤਰ੍ਹਾਂ? ਬਹੁਤ ਹੈ ਜੀ, ਸੈਣੀ ਦੀ ਟੀਮ ਹੀ ਸਾਰੀ ਉਹੋ ਜਿਹਾਂ ਦੀ ਰਹੀ ਹੈ। ਬਾਕੀ ਛੱਡੋ, ਪਰਮਰਾਜ ਉਮਰਾ ਨੰਗਲ ਦਾ ਵੇਖ ਲਓ ਤੁਸੀਂ, ਫੇਕ ਐਨਕਾਊਂਟਰ ਉਹਦਾ ਵੀ ਖੁੱਲਿਆ ਹੋਇਆ। ਡਰੱਗਸ ਕੇਸ ਦੇ ਵਿੱਚ ਉਹਦਾ ਨਾਂ ਆਇਆ। ਆਮ ਬੰਦੇ ਨੂੰ 1 ਸੈਕਿੰਡ 'ਚ ਪੁਲਿਸ ਡਰੱਗਸ ਦੇ ਐਲੀਗੇਸ਼ਨ 'ਤੇ ਅਰੈਸਟ ਕਰ ਲੈਂਦੀ ਹੈ। ਰਾਜਾ ਕੰਡੋਲੇ ਨੇ ਉਹਦਾ ਨਾਂ ਲਿਆ, ਉਹਦੇ 'ਤੇ ਪਰਚਾ ਵੀ ਨਹੀਂ ਕਰ ਰਿਹਾ, ਅੱਜ ਤੱਕ ਨਹੀਂ ਹੋਇਆ।
ਉਮਰ ਪਰ ਔਰ ਉਹ ਆਈਜੀ ਰੈਂਕ ਤੱਕ ਪਹੁੰਚਿਆ ਹੋਇਆ। ਉਸ ਤੋਂ ਇਲਾਵਾ ਔਰ ਰਾਜਾ ਕੰਡੋਲਾ ਵਾਲੇ ਕੇਸ ਉਹਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਉਮਰਾਂ ਨੰਗਲ ਦੀ, ਤਾਂ ਵੀ ਕੁਝ ਨਹੀਂ ਹੋਇਆ। ਫਿਰ ਬਲਕਾਰ ਸਿੱਧੂ ਲੈ ਲਓ, ਉਹ ਆਈਜੀ ਐਸਟੀਐਫ ਹੈ ਔਰ ਆਪਣੇ ਹੀ ਰਿਸ਼ਤੇਦਾਰ ਨੂੰ ਆਈਜੀ ਐਸਟੀਐਫ ਹੁੰਦਿਆਂ ਬਚਾ ਰਿਹਾ ਡਰੱਗ ਕੇਸ ਦੇ ਵਿੱਚ, ਜਿਹੜਾ ਇੱਕ ਇੰਸਪੈਕਟਰ ਲੱਗਿਆ ਹੋਇਆ। ਹੁਣ ਜੇ ਪੁਲਿਸ ਵਾਲੇ ਹੀ ਡਰੱਗਸ ਦੇ ਵਿੱਚ ਇਨਵੋਲਵਡ ਨੇ ਤੇ ਡੂ ਯੂ ਥਿੰਕ ਡਰੱਗ ਮੈਨੇਜ ਕੰਟਰੋਲ ਹੋ ਜੂਗੀ? ਹੁਣ ਬਲਕਾਰ ਸਿੱਧੂ ਆਈਪੀਐਸ ਹੋ ਕੇ, ਚਾਹੇ ਪ੍ਰਮੋਟੀ ਆਫਿਸਰ ਹੈ, ਪੀਪੀਐਸ ਤੋਂ ਆਇਆ, ਡਾਇਰੈਕਟ ਆਈਪੀਐਸ ਨਹੀਂ ਹੈ, ਆਈਜੀ ਹੋ ਕੇ ਉਹ ਇੱਕ ਇੰਸਪੈਕਟਰ ਨੂੰ ਬਚਾ ਰਿਹਾ ਡਰੱਗਸ ਦੇ ਕੇਸ ਦੇ ਵਿੱਚ, ਜਿਹੜਾ ਕਿਉਂਕਿ ਉਹਦਾ ਭਤੀਜਾ ਹੈ। ਸੋ ਆਪਾਂ ਕੀ ਐਕਸਪੈਕਟ ਕਰਦੇ ਹਾਂ? ਪਬਲਿਕ ਨੂੰ ਉਹ ਪ੍ਰੋਟੈਕਟ ਕਰੂਗਾ ਬਲਕਾਰ ਸਿੱਧੂ ਐਜ਼ ਐਨ ਆਈਪੀਐਸ ਆਫਿਸਰ, ਜਾਂ ਵਰਦੀ ਨੂੰ ਸ਼ਰਮਸਾਰ ਕਰੂਗਾ? ਗੱਲ ਇੱਥੇ ਹੀ ਐਟ ਦੀ ਐਂਡ ਆਫ ਦੀ ਡੇ ਆਉਂਦੀ ਹੈ ਕਿ ਇਹੋ ਜਿਹੇ ਦਾਗੀ ਅਫਸਰ ਕਿਸ ਪਾਸੇ ਜਾ ਰਹੇ ਔਰ ਕੀ ਕਰ ਰਹੇ ਹੈ। ਇਹਨਾਂ ਕਰਕੇ ਹੀ ਪਬਲਿਕ ਦਾ ਜਿਹੜਾ ਫੇਥ ਹੈ ਉਹ ਸਿਸਟਮ ਦੇ ਵਿੱਚ ਖਤਮ ਹੋ ਰਿਹਾ ਹੈ। ਇਸੇ ਕਰਕੇ ਐਸਟੀਐਫ ਤੇ ਬੰਦਾ ਕੀ ਫੇਥ ਕਰੂਗਾ ਜਿਹਦਾ ਆਈਜੀ ਆ ਹਰਕਤ ਕਰ ਰਿਹਾ। ਹਾਲਾਂਕਿ ਏਡੀਜੀਪੀ ਐਸਟੀਐਫ ਜਿਹੜੇ ਨੇ ਮਿਸਟਰ ਹਰਪ੍ਰੀਤ ਸਿੱਧੂ, ਹੀ ਇਜ਼ ਅ ਵੈਰੀ ਗੁੱਡ ਆਫਿਸਰ। ਹੁਣ ਸਿੱਧੂ ਸਾਹਿਬ ਜਿੰਨੇ ਮਰਜ਼ੀ ਚੰਗੇ ਹੋਣ, ਜਦੋਂ ਆਈਜੀ ਐਸਟੀਐਫ ਇਹੋ ਜਿਹੀ ਹਰਕਤ ਕਰ ਰਿਹਾ ਹੈ ਤੇ ਵਰਦੀ ਦਾਗਦਾਰ ਤਾਂ ਹੋ ਹੀ ਗਈ, ਗੱਲ ਉੱਥੇ ਹੀ ਆ ਜਾਂਦੀ ਹੈ। ਫਿਰ ਵਿਕ ਸਾਹਿਬ, ਇੱਕ ਤੁਹਾਡੇ ਤੇ ਇੱਕ ਚੀਜ਼ ਲੋਕਾਂ ਦੇ ਵਿੱਚ ਇੱਕ ਭਰਮ ਵੀ ਹੈਗਾ ਕਿ ਇੱਕ ਪਾਸੇ ਤਾਂ ਤੁਸੀਂ ਦਾਗੀ ਪੁਲਿਸ ਅਫਸਰਾਂ ਦੇ ਖਿਲਾਫ ਲੜਦੇ ਹੋ, ਦੂਜੇ ਪਾਸੇ ਤੁਸੀਂ ਗੈਂਗਸਟਰ ਦੀ ਵੀ ਤੁਸੀਂ ਹਿਮਾਇਤ ਕਰਦੇ ਹੋ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕੇਸ ਵੀ ਤੁਸੀਂ ਲੜ ਰਹੇ ਹੋ। ਉਹ ਦੋਨੋਂ ਚੀਜ਼ਾਂ ਦੇ ਉੱਤੇ ਲੋਕਾਂ ਨੂੰ ਕਨਫਿਊਜ਼ਨ ਹੈ ਥੋੜ੍ਹੀ। ਦੇਖੋ, ਪਹਿਲੀ ਗੱਲ, ਮੈਂ ਕਿਸੇ ਗੈਂਗਸਟਰ ਨੂੰ ਸਪੋਰਟ ਨਹੀਂ ਕਰਦਾ। ਜਦੋਂ ਲਾਇਰ ਕਿਸੇ ਦਾ ਕੇਸ ਲੜਦਾ ਹੈ ਨਾ, ਉਹਨੂੰ ਸਪੋਰਟ ਨਹੀਂ ਕਰਦਾ ਅਨਲੈਸ ਐਂਡ ਅੰਟਿਲ ਲਾਰਜਰ ਪਿਕਚਰ ਇਨਵੋਲਵਡ ਹੋਏ। ਤੁਸੀਂ ਜੱਗੂ ਦੀ ਐਗਜ਼ਾਮਪਲ ਦਿੱਤੀ ਹੈ। ਮੇਰਾ ਪਹਿਲੀ ਗੱਲ ਤਾਂ ਇੱਕ ਪ੍ਰੋਫੈਸ਼ਨਲ ਕੇਸ ਦੀ ਗੱਲ ਹੈ ਜਿਹੜਾ ਮੈਂ ਡਿਫੈਂਡ ਕੀਤਾ ਸੀ। ਦੂਜੀ ਗੱਲ, ਜੱਗੂ ਕੇਸ ਦੀ ਰੈਲੇਵੈਂਸ ਕੀ ਹੈ? ਜੱਗੂ ਭਗਵਾਨਪੁਰੀਆ ਨੂੰ ਇੱਕ ਏ ਕੈਟਾਗਰੀ ਗੈਂਗਸਟਰ ਬਣਾਇਆ ਗਿਆ, ਠੀਕ ਹੈ। ਹੁਣ ਸੁਮੇਧ ਸੈਣੀ ਜਦੋਂ ਡੀਜੀ ਸੀ, ਮੈਂ ਇੱਕ ਐਗਜ਼ਾਮਪਲ ਲੈ ਰਿਹਾ, ਇੱਕ ਬੜਾ ਇੰਟਰਸਟਿੰਗ ਇਨਸੀਡੈਂਟ ਹੋਇਆ ਜਿਹਨੂੰ ਮੈਂ ਜੱਗੂ ਭਗਵਾਨਪੁਰੀਆ ਵਾਲੇ ਕੇਸ ਦੇ ਵਿੱਚ ਇਨਕੋਰਪੋਰੇਟ ਕਰਾਂਗਾ। ਸੁੱਖਾ ਕਾਲਵਾ ਨੂੰ ਲਿਜਾਂਦੇ ਹੋਏ ਜੇਲ੍ਹ ਵਾਪਸ ਲੈ ਕੇ ਜਾ ਰਹੇ ਸੀ ਉਹਨੂੰ ਕੋਰਟ ਤੋਂ। ਸੋ ਉੱਥੇ ਉਹਦਾ ਐਨਕਾਊਂਟਰ ਹੁੰਦਾ ਹੈ, ਪੁਲਿਸ ਵਾਲਿਆਂ ਦੀ ਗੱਡੀ ਨੂੰ ਰੋਕਿਆ ਜਾਂਦਾ ਹੈ, ਉਹਨਾਂ ਦੀ ਕਾਰਬਾਈਨਸ ਖੋਹੀਆਂ ਜਾਂਦੀਆਂ, ਸੁੱਖੇ ਨੂੰ ਮਾਰ ਕੇ ਆਸ-ਪਾਸ ਭੰਗੜਾ ਪਾ ਕੇ ਫੋਟੋਆਂ ਖਿਚਾ ਕੇ ਫਿਰ ਉਹ ਗੈਂਗਸਟਰਸ ਜਾਂਦੇ, ਔਰ ਜਾਂਦੇ ਹੋਏ ਕਾਰਬਾਈਨਸ ਵੀ ਸੁੱਟ ਜਾਂਦੇ ਆ ਪੁਲਿਸ ਦੀ। ਸੁਮੇਧ ਸੈਣੀ ਡੀਜੀ ਸੀ, ਇਹਨੂੰ ਪਤਾ ਹੀ ਨਹੀਂ ਲੱਗਿਆ ਇਹੋ ਜਿਹਾ ਇਨਸੀਡੈਂਟ ਹੋਣ ਜਾ ਰਿਹਾ। ਦੇयर ਵਾਸ ਅ ਟੋਟਲ ਇੰਟੈਲੀਜੈਂਸ ਫੇਲਿਅਰ। ਹੁਣ ਉਸ ਵੇਲੇ ਤੋਂ ਆਪਾਂ ਅੱਜ ਤੱਕ ਆ ਜਾਈਏ, ਪੰਜਾਬ ਦੇ ਵਿੱਚ ਟੈਰਰਿਜ਼ਮ ਸੀ, ਅੱਜ ਪੰਜਾਬ ਦੇ ਵਿੱਚ ਗੈਂਗਸਟਰਸ ਦਾ ਨਾਂ ਉੱਠ ਰਿਹਾ। ਮੈਨੂੰ ਦੱਸੋ, ਜੇ ਟੈਰਰਿਜ਼ਮ ਖਤਮ ਹੋ ਗਿਆ ਸੀ ਤੇ ਗੈਂਗਸਟਰਸ ਉੱਠਣ ਲੱਗ ਗਏ, ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੈਂਗਸਟਰਸ ਪੈਦਾ ਹੋ ਰਹੇ ਆ ਪੰਜਾਬ 'ਚ? ਹਾਊ ਇਜ਼ ਇਟ ਪੋਸੀਬਲ ਕਿ ਇੱਕ ਜਾਣੇ ਤੇ 50 ਕੇਸ ਹੈ ਓਵਰ ਅ ਪੀਰੀਅਡ ਆਫ 10 ਇਅਰਸ ਔਰ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਕਿ 10 ਸਾਲਾਂ 'ਚ ਇੰਨੇ ਕ੍ਰਾਈਮ ਕਰਕੇ ਪੰਜਾਬ 'ਚ ਹੀ ਰਹਿ ਰਹੇ ਆ, ਫੜ ਹੀ ਨਹੀਂ ਸਕੇ? ਚਲੋ ਦੂਜਾ ਐਂਗਲ ਲਓ। ਜੱਗੂ ਦੀ ਤੁਸੀਂ ਗੱਲ ਕੀਤੀ ਹੈ, ਕਾਂਗਰਸ ਕਹਿੰਦੀ ਹੈ ਉਹ ਅਕਾਲੀਆਂ ਦਾ ਬੰਦਾ ਹੈ, ਅਕਾਲੀਜ਼ ਕਹਿ ਰਿਹਾ ਕਾਂਗਰਸ ਦਾ ਬੰਦਾ ਹੈ। ਡੀਜੀਪੀ ਸਾਹਿਬ ਦੇ ਬਿਹਾਫ ਤੇ ਐਫੀਡੇਵਿਟ ਕੋਰਟ ਦੇ ਵਿੱਚ ਬੜਾ ਇੰਟਰਸਟਿੰਗ ਫਾਈਲ ਹੋਇਆ ਕਿ ਜੱਗੂ ਜੇਲ੍ਹ 'ਚੋਂ ਗੈਂਗ ਰਨ ਕਰ ਰਿਹਾ। ਮੈਂ ਐਕਸੈਪਟ ਕਰਦਾ ਐਲੀਗੇਸ਼ਨ ਇੱਕ ਸੈਕਿੰਡ, ਤੇ ਮੈਨੂੰ ਦੱਸੋ ਜੇਲ੍ਹ ਦੇ ਵਿੱਚ ਅਥਾਰਟੀ ਕਿਹਦੀ ਹੈ? ਸਰਕਾਰ ਦੀ ਨਹੀਂ ਹੈ। ਜੇਲ੍ਹ ਸੁਪਰਿੰਟੈਂਡੈਂਟ ਜਾਂ ਜੇਲ੍ਹ ਡਿਪਾਰਟਮੈਂਟ ਦਾ ਹੁੰਦਾ ਹੈ, ਜਾਂ ਹੁਣ ਪੰਜਾਬ ਪੁਲਿਸ ਵਾਲੇ ਵੀ ਲੱਗਣ ਲੱਗ ਗਏ। ਸੋ ਮੈਨੂੰ ਦੱਸੋ ਅਲਟੀਮੇਟ ਕੁਐਸਚਨ ਕਿਹਦੇ ਤੇ ਉੱਠਿਆ? ਫਿਰ ਪੁਲਿਸ ਤੇ ਨਹੀਂ ਹੋ ਗਿਆ? ਹੁਣ ਪੰਜਾਬ ਪੁਲਿਸ ਤੋਂ ਆਪਣਾ ਫਾਰਮਰ ਡੀਜੀਪੀ ਸੁਮੇਧ ਸਿੰਘ ਸੈਣੀ ਲੱਭਿਆ ਨਹੀਂ ਜਾ ਰਿਹਾ। ਇੰਟੈਲੀਜੈਂਸ ਵਿੰਗ ਨੂੰ ਨਹੀਂ ਪਤਾ ਉਹ ਕਿੱਥੇ ਹੈ, ਬਾਕੀਆਂ ਨੂੰ ਨਹੀਂ ਪਤਾ ਕਿੱਥੇ, ਉਹਦੀ ਸਿਕਿਉਰਿਟੀ ਉਹਦੇ ਘਰ ਹੈ। ਹੁਣ ਨੈਟਵਰਕ ਤੁਸੀਂ ਦੇਖੋ, ਜੱਗੂ ਭਗਵਾਨਪੁਰੀਏ ਦਾ ਪੰਜਾਬ ਪੁਲਿਸ ਦਾ ਨੈਟਵਰਕ ਫੇਲ ਹੈ, ਆਪਣਾ ਡੀਜੀਪੀ ਨਹੀਂ ਲੱਭ ਸਕਦੇ, ਫਾਰਮਰ ਡੀਜੀਪੀ। ਜੱਗੂ ਭਗਵਾਨਪੁਰੀਆ ਜੇਲ੍ਹ 'ਚੋਂ ਆਪਣਾ ਗੈਂਗ ਰਨ ਕਰਦਾ ਹੈ, ਕ੍ਰਾਈਮ ਨੂੰ ਬੜੀ ਇਫੈਕਟਿਵਲੀ ਅੰਜਾਮ ਦਿੰਦਾ ਹੈ, ਸਮਾਨ ਵੀ ਵਿਕਵਾ ਦਿੰਦਾ ਹੈ, ਜੇਲ੍ਹ 'ਚ ਬੈਠਾ ਪੈਸੇ ਵੀ ਜਿੱਥੇ ਪਹੁੰਚਾਉਣੇ ਆ ਪਹੁੰਚਾ ਦਿੰਦਾ ਹੈ। ਤੇ ਮੈਨੂੰ ਦੱਸੋ, ਸ਼ੁੱਡ ਪੰਜਾਬ ਪੁਲਿਸ ਨਾਟ ਟੇਕ ਟ੍ਰੇਨਿੰਗ ਫਰਮ ਜੱਗੂ ਭਗਵਾਨਪੁਰੀਆ? ਜਾਂ ਉਹ ਜੱਗੂ ਤੇ ਪਾਇਆ ਕੇਸ ਝੂਠਾ ਹੈ? ਅੱਜ ਪੰਜਾਬ ਪੁਲਿਸ ਵੱਲੋਂ ਬੜੀ ਕੌਨਫੀਡੈਂਟਲੀ ਐਫੀਡੇਵਿਟ ਫਾਈਲ ਹੋ ਰਿਹਾ ਕੋਰਟ ਦੇ ਵਿੱਚ, ਜੋ ਮੈਂ ਫੀਲ ਕਰਦਾ ਬੜੀ ਸ਼ਰਮਸਾਰ ਗੱਲ ਹੈ ਕਿ ਜੀ ਜੇਲ੍ਹ 'ਚੋਂ ਬੰਦੇ ਗੈਂਗ ਰਨ ਕਰ ਰਹੇ ਹੈ, ਕਿਸੇ ਜੇਲ੍ਹ ਸੁਪਰਿੰਟੈਂਡੈਂਟ ਤੇ ਪਰਚਾ ਨਹੀਂ ਹੋ ਰਿਹਾ, ਕਿਸੇ ਜੇਲ੍ਹ ਸੁਪਰਿੰਟੈਂਡੈਂਟ ਨੂੰ ਨਾਮਜ਼ਦ ਨਹੀਂ ਕਰ ਰਹੇ। ਗੱਲ ਜੱਗੂ ਭਗਵਾਨਪੁਰੀਏ ਦੀ ਨਹੀਂ ਹੈ, ਉਹ ਇੱਕ ਕਲਾਇੰਟ ਹੈ ਜਿਹਦੇ ਕੇਸ ਦੇ ਵਿੱਚ ਸਿਰਫ ਆ ਕਿਹਾ ਸੀ, ਔਰ ਉੱਥੇ ਵੀ ਮੈਂ ਪੁਲਿਸ ਨੂੰ ਦਾਗਦਾਰ ਹੋਣ ਤੋਂ ਬਚਾਇਆ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਜੇਲ੍ਹ ਦੇ ਵਿੱਚ ਉਹਦਾ ਐਨਕਾਊਂਟਰ ਕਰਨ ਜਾ ਰਹੇ ਹੋ। ਪੁਲਿਸ ਐਨਕਾਊਂਟਰ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਜੁਡੀਸ਼ਰੀ 'ਚ ਫੇਥ ਨਹੀਂ ਰੱਖ ਰਹੇ, ਵੀ ਇਸ ਬੰਦੇ ਨੂੰ ਕੋਰਟ ਸਜ਼ਾ ਨਹੀਂ ਦੇਊਗੀ, ਅਸੀਂ ਇਹਨੂੰ ਮਾਰ ਦਈਏ, ਉਹਦੀ ਜਾਨ ਬਚਾਉਣ ਲਈ, ਤਾਂ ਕਿ ਪੁਲਿਸ ਟ੍ਰਿਗਰ ਹੈਪੀ ਨਾ ਰਵੇ।
ਜਿਵੇਂ ਕਿ ਸੁਮੇਧ ਸਿੰਘ ਸੈਣੀ ਦੇ ਅੰਡਰ ਇਹ ਰਹੇ ਹੈ, ਹੋਰ ਪੁਲਿਸ ਵਾਲਿਆਂ ਦੇ ਅੰਡਰ ਇਹ ਰਹੇ ਹੈ। ਉਸ ਚੀਜ਼ ਨੂੰ ਚੈੱਕ ਕਰਨ ਲਈ ਉਹ ਪਟੀਸ਼ਨ ਪਾਈ। ਮੈਨੂੰ ਕੀ ਪਤਾ ਸੀ ਕਿ ਅੱਗੇ ਪੁਲਿਸ ਕਹੂਗੀ ਜੀ ਇਹ ਤਾਂ ਜੇਲ੍ਹ 'ਚੋਂ ਗੈਂਗ ਰਨ ਕਰ ਰਿਹਾ। ਦੈਟ ਵਾਜ਼ ਅ ਬਿਗ ਸ਼ੌਕ ਫॉर ਮੀ। ਮੈਂ ਤਾਂ ਅੱਜ ਤੱਕ ਉਸ ਚੀਜ਼ 'ਤੇ ਹੈਰਾਨ ਹਾਂ ਕਿ ਪੁਲਿਸ ਕਹਿ ਰਹੀ ਹੈ ਕਿ ਜੋ ਜੇਲ੍ਹ 'ਚੋਂ ਗੈਂਗ ਰਨ ਕਰ ਸਕਦਾ ਹੈ, ਕਰ ਰਿਹਾ ਹੈ। ਸੋ ਅਗੇਨ ਐਂਡੇਵਰ ਉਹੀ ਹੈ, ਪਬਲਿਕ ਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਅੱਜ ਵੀ ਮੈਂ ਆਹੀ ਕਹਿ ਰਿਹਾ ਕਿ ਜੇ ਪੁਲਿਸਿੰਗ ਐਫੀਸ਼ੀਐਂਟ ਹੈ ਤੇ ਗੈਂਗਸਟਰ ਪੈਦਾ ਨਹੀਂ ਹੋ ਸਕਦੇ। ਔਰ ਜੇ ਗੈਂਗਸਟਰ ਪੈਦਾ ਹੋ ਰਹੇ ਹੈ ਉਹ ਜੈਨੂਇਨਲੀ ਹੋ ਰਹੇ ਹੈ ਜਾਂ ਇਨੋਸੈਂਟ ਬੰਦਿਆਂ ਨੂੰ ਗੈਂਗਸਟਰ ਬਣਾਇਆ ਜਾ ਰਿਹਾ ਹੈ। ਉੱਥੇ ਵੀ ਦੋਵੇਂ ਸਵਾਲ ਪੁਲਿਸ 'ਤੇ ਉੱਠ ਰਹੇ ਹੈ। ਮੇਰੀ ਐਂਡੇਵਰ ਆਹੀ ਹੈ ਕਿ ਜੇ ਕੋਈ ਪੁਲਿਸ ਵਾਲਾ ਸਹੀ ਹੈ, ਸੱਚਾ ਹੈ, ਮੈਂ ਉਹਦੇ ਨਾਲ ਖੜਾ ਹਮੇਸ਼ਾ, ਬਹੁਤ ਕੇਸਿਸ ਦੇ ਵਿੱਚ ਖੜਾ। ਔਰ ਜਿੱਥੇ ਕੋਈ ਪੁਲਿਸ ਵਾਲਾ ਗਲਤ ਹੈ ਮੈਂ ਉਹਦੇ ਖਿਲਾਫ ਖੜਾ। ਵਰਦੀ ਦਾ ਫਰਜ਼ ਨਿਭਾ ਰਿਹਾ, ਭਾਵੇਂ ਉਹ ਲਾਇਰ ਦੀ ਹੈ ਜਾਂ ਉਹ ਪੁਲਿਸ ਵਾਲੇ ਦੀ ਹੈ। ਪੁਲਿਸ ਵਾਲੇ ਦੀ ਵਰਦੀ ਦਾ ਫਰਜ਼ ਨਿਭਾਉਣ 'ਚ ਉਹਦੀ ਹੈਲਪ ਕਰ ਰਿਹਾ ਐਜ਼ ਅ ਲਾਇਰ। ਅੱਛਾ, ਕਿਹੜੇ ਪੁਲਿਸ ਵਾਲੇ ਦੇ ਨਾਲ ਤੁਸੀਂ ਖੜੇ ਹੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਗਰ ਕੋਈ ਪੁਲਿਸ ਵਾਲਾ ਠੀਕ ਵੀ ਹੈ ਤਾਂ ਉਹਦੇ ਨਾਲ ਮੈਂ ਖੜਾ? ਬਹੁਤ ਪੁਲਿਸ ਵਾਲਿਆਂ ਵੱਲੋਂ ਪਟੀਸ਼ਨਸ ਪਾਈਆਂ ਹੋਈਆਂ ਕੋਰਟ ਦੇ ਵਿੱਚ। ਉਹ ਹੁਣ ਗੱਲ ਉਹ ਆ ਜਾਂਦੀ ਹੈ ਕਿ ਜੇ ਉਹ ਚਾਹੁਣ, ਮੈਂ ਉਹਨਾਂ ਦੀਆਂ ਡਿਟੇਲਸ ਕੇਸਿਸ ਦੀਆਂ ਨਹੀਂ ਦੇਣੀਆਂ ਚਾਹੁੰਦਾ ਇੱਥੇ, ਬਟ ਕਾਫੀ ਪੁਲਿਸ ਵਾਲਿਆਂ ਵੱਲੋਂ ਮੈਂ ਕੋਰਟ ਦੇ ਵਿੱਚ ਪੇਸ਼ ਹੋ ਰਿਹਾ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਹੀ ਕਿਤੇ ਨਾ ਕਿਤੇ ਉਹਨਾਂ ਨੂੰ ਤੰਗ ਕੀਤਾ ਗਿਆ ਸੀ ਜਾਂ ਉਹਨਾਂ 'ਤੇ ਸਮਝੋ FIRs ਹੋਈਆਂ ਸੀ। ਸੋ ਉਹਨਾਂ ਨੂੰ ਮੈਂ ਡਿਫੈਂਡ ਉਹਨਾਂ ਦੇ ਅਗੇਂਸਟ ਮਹਿਕਮੇ ਦੇ ਖਿਲਾਫ ਕੀਤਾ। ਐਂਡ ਗੋਡ ਵਿਲਿੰਗ ਤਕਰੀਬਨ ਉਹ ਵਾਲੇ ਮੈਟਰਸ ਤਾਂ ਹੁਣ ਬਚ ਗਏ ਜਾਂ ਰੱਬ ਵੱਲੋਂ ਕਿਰਪਾ ਰਹੀ, ਥਿੰਗਸ ਕੁਡ ਬੀ ਟੇਕਨ ਕੇਅਰ ਆਫ ਐਂਡ ਸੈਟਲ ਹੋ ਰਹੇ ਹੈ। ਅੱਛਾ ਪ੍ਰਦੀਪ ਜੀ, ਇੱਕ ਸਵਾਲ ਤੁਹਾਡੇ ਤੋਂ ਇਹ ਬਣਦਾ ਹੈ, ਤੁਸੀਂ ਇੰਨੇ ਵੱਡੇ ਕੇਸ ਲੜ ਰਹੇ ਹੋ, ਤੁਸੀਂ ਪੂਰਾ ਸਿਸਟਮ ਦੇ ਖਿਲਾਫ ਤੁਸੀਂ ਆਵਾਜ਼ ਚੱਕ ਰਹੇ ਹੋ ਸਿਸਟਮ ਦੇ ਵਿੱਚ ਰਹਿ ਕੇ, ਕਦੀ ਤੁਹਾਨੂੰ ਕਦੀ ਡਰ ਨਹੀਂ ਲੱਗਿਆ? ਕਦੀ ਕੋਈ ਕਿਸੇ ਤਰੀਕੇ ਦੀ ਕਦੀ ਥ੍ਰੈਟ ਨਹੀਂ ਆਈ ਤੁਹਾਨੂੰ ਕਦੀ ਵੀ ਇਸ ਤਰ੍ਹਾਂ? ਕਦੀ ਤੁਹਾਨੂੰ ਲੱਗਿਆ ਹੋਇਆ ਕਿ ਯਾਰ ਮੈਂ ਕਿਹੜੇ ਗਲਤ ਪ੍ਰੋਫੈਸ਼ਨ 'ਚ ਆ ਗਿਆ, ਇਸ ਤੋਂ ਚੰਗਾ ਤਾਂ ਉਹੀ ਸੀਗਾ, ਕੁਝ ਕਦੀ ਮਨ 'ਚ ਆਇਆ? ਵੈਸੇ ਦੇਖੋ ਸੱਚੀ ਗੱਲ ਦੱਸਾਂ, ਇੱਕ ਚੀਜ਼ ਮੈਂ ਇਸ ਪ੍ਰੋਫੈਸ਼ਨ 'ਚ ਆਉਣ ਤੋਂ ਪਹਿਲਾਂ ਕਦੇ ਨਹੀਂ ਸੋਚੀ ਸੀ। ਆਈ ਆਲਵੇਜ਼ ਯੂਜ਼ ਟੂ ਥਿੰਕ ਕਿ ਜਦੋਂ ਪ੍ਰੋਫੈਸ਼ਨ 'ਚ ਆ ਗਏ ਠੀਕ ਹੈ ਯਾਰ ਆਪਣੀ ਡਿਊਟੀ ਕਰੋ, ਘਰ ਜਾਓ। ਬਿਕੋਜ਼ ਦੇਖੋ ਪੁਲਿਸਿੰਗ ਦੇ ਵਿੱਚ ਤੁਸੀਂ ਇੱਕ ਚੀਜ਼ ਸਿੱਖਦੇ ਹੋ ਕਿ ਥੈਂਕਲੈਸ ਜੌਬ ਹੈ। ਯੈਸ, ਇਹ ਫੈਕਟ ਹੈ। ਬਿਲਕੁਲ। ਸਾਰਾ ਦਿਨ ਤੁਸੀਂ ਕੰਮ ਕਰ ਰਹੇ ਹੋ ਧੁੱਪ 'ਚ ਖੜੇ। ਬਿਲਕੁਲ। ਜਿਹੜੇ ਗਲਤ ਕੰਮ ਕਰ ਰਹੇ ਆ ਉਹ ਜਸਟੀਫਿਕੇਸ਼ਨ ਉਹ ਦਿੰਦੇ ਆ, ਜਿਹੜੇ ਸਹੀ ਕਰ ਰਹੇ ਆ ਜਸਟੀਫਿਕੇਸ਼ਨ ਉਹਨਾਂ ਦੀ ਬਣਦੀ ਹੈ। ਸੋ ਉਹ ਕਰਦੇ ਹੋਏ ਲੱਗਦਾ ਹੈ ਕਿ ਹਾਂ ਠੀਕ ਹੈ ਯਾਰ, ਕਿਤੇ ਨਾ ਕਿਤੇ ਯੂ ਸ਼ੁੱਡ ਹੈਵ ਅ ਸੌਫਟ ਕਾਰਨਰ ਵਰਦੀ ਵਾਲੇ 'ਚ, ਇੱਕ ਭਰੋਸਾ ਇਨਫਿਊਜ਼ ਕਰਵਾਉਣਾ ਉਹਦੀ ਐਫਰਟ। ਲੇਕਿਨ ਜਿਹੜੇ ਤੁਸੀਂ ਆ ਡਰਨ ਵਾਲੀ ਜਾਂ ਸੋਚ ਕਰਨ ਵਾਲੀ ਗੱਲ ਕੀਤੀ, ਜਦੋਂ ਬੰਦਾ ਇੱਕ ਵਰਦੀ ਪਾ ਲਵੇ ਵੈਸੇ ਹੀ ਉਹਦੇ ਵਿੱਚ ਡਰ ਨਹੀਂ ਹੁੰਦਾ। ਦੇਖੋ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ, ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਰੀ ਗਲੀ ਮੁਰਿਆਓ, ਇਸ ਮਾਰਗ ਪੈਰ ਧਰੀ ਜੇ ਸਿਰ ਦੀਜੇ ਕਾਣ ਨ ਕੀਜੇ। ਸੋ ਤੁਸੀਂ ਰੱਬ ਦੇ ਰਾਹ ਦੇ ਉੱਤੇ ਤਾਂ ਜਾਂਦੇ ਹੋ, ਸ਼ੌਕ ਨਾਲ ਜਾਂਦੇ ਹੋ ਕਿ ਰੱਬਾ ਤੂੰ ਇਸ ਕਾਬਿਲ ਕੀਤਾ ਕਿ ਵਰਦੀ ਪਾਈ, ਇਹ ਵਰਦੀ ਕਫਨ ਬਣੇ, ਜਾਨ ਦਈਏ ਪਿੱਛੇ ਨਾ ਹਟੀਏ ਫਰਜ਼ ਤੋਂ। ਅਸੀਂ ਤੇਰੇ ਰਾਹ 'ਤੇ ਸੱਚਾਈ ਦੇ ਰਾਹ 'ਤੇ ਨਿਕਲੇ ਹਾਂ, ਠੀਕ ਹੈ ਨਾ, ਤਾਂ ਕਿਸੇ ਐਨਕਾਊਂਟਰ 'ਚ ਭੱਜਾਂਗੇ ਨਾ ਕਿਸੇ ਪਬਲਿਕਲੀ, ਜਿਵੇਂ ਕਬੀਰ ਜੀ ਨੇ ਕਿਹਾ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛੱਡੇ ਖੇਤ, ਨਾ ਕਿਸੇ ਗਰੀਬ ਲਈ ਪਾਵਰਫੁਲ ਦੇ ਅਗੇਂਸਟ ਸਟੈਂਡ ਲੈਣ ਤੋਂ ਕਤਰਾਵਾਂਗੇ। ਤਾਂ ਹੀ ਕਹਿੰਦੇ ਕਿ ਵਰਦੀ ਜਿਹੜੀ ਹੁੰਦੀ ਹੈ ਕਫਨ ਹੁੰਦਾ ਹੈ। ਹੁਣ ਉਹ ਵਰਦੀ ਤਾਂ ਪਾ ਲਈ, ਪਾ ਕੇ ਉਤਾਰਤੀ, ਦੂਜੀ ਵਰਦੀ ਪਾ ਲਈ। ਸੋ ਡਰ ਤਾਂ ਵੈਸੇ ਹੀ ਨਹੀਂ ਸੀ। ਉਹਦੇ ਉੱਤੋਂ ਫੈਮਿਲੀ ਬੈਕਗਰਾਊਂਡ, ਮੇਰੀ ਫੈਮਿਲੀ ਦੀ ਰੈਪੂਟੇਸ਼ਨ ਉਹੋ ਜਿਹੀ ਹੈ, ਤਾਂ ਮੈਂ ਸਿੰਸ ਦੀ ਰੈਪੂਟੇਸ਼ਨ ਪ੍ਰੋਸੀਡਸ ਮੀ, ਸੋ ਪਤਾ ਹੀ ਹੈ ਮੇਰੇ ਫਾਦਰ ਦਾ ਵੀ ਉਹੀ ਐਟੀਟਿਊਡ ਰਿਹਾ, ਦਾਦਾ ਜੀ ਦਾ ਵੀ। ਸੋ ਤੀਜੀ ਗੱਲ ਇਹ ਕਿ ਜਿਹੜੀ ਫੈਮਿਲੀ ਵੱਲੋਂ ਵੈਲਿਊਜ਼ ਵੀ ਇਨਫਿਊਜ਼ ਹੋਈਆਂ, ਜਿਹੜਾ ਬਚਪਨ ਤੋਂ ਇੱਕ ਰਾਹ ਸਿਖਾਇਆ ਸੀ ਉਹ ਇਹੀ ਸੀ ਕਿ ਦੇਸ਼ ਸੇਵਾ ਬਰਮੋਹੇ ਹੈ, शुभ कर मन ते कभू न डरो, न डरो अरसों जब जाए लरो, निश्चय कर अपनी जीत करो, और सिखों अपने ही मन को लालच ओ गुण तो उचरो, जब आपके वध निधान बने अथ ही रण में तब जूझ मरो। कि रब्बा जान भी लैनी है तो मैदान जंग च नहीं सी। शहादत जेड़े मर्जी प्रोफैशन हो जाए, किस्मत वाले की मौत है। डर के मरना सब तो घटिया चीज़ है। इसे करके मैं कह रहा रब ने इन्नी कृपा की जी चीज़ मैं प्रोफैशन कदे सोची नहीं सी कि मैनू लोगों तो इन्नियां दुआवां मिलणगियां। ये तुसी चैनल मतलब जिते भी सोशल मीडिया ते देखोगे, ये एक मेरे लिए बहुत प्लेजेंट सरप्राइज़ है, बहुत वड्डी खुशी है। और मेरी जिंदगी दी जे कोई मैं सब तो वड्डी कमाई कवांगा, कोई चीज़ जो मैनू बहुत इमोशनल कर देंदी है, वो लोग जिहड़े मेरे लिए अरदासां कर रहे, मैनू ना जानते हुए मेरे लिए दुआवां करन लग गए है, जिन्होंने मेरे च फेथ रिपोज कर लिया इन्ना ज़्यादा,
ਉਹ ਕਦੇ ਮੈਂ ਸੁਪਨੇ 'ਚ ਨਹੀਂ ਸੋਚਿਆ ਸੀ। ਔਰ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ, ਬਹੁਤ ਸ਼ੁਕਰਗੁਜ਼ਾਰ ਹਾਂ ਜੇ ਮੈਨੂੰ ਅੱਜ ਪ੍ਰੋਫੈਸ਼ਨਲ ਕੰਟੈਂਟਮੈਂਟ ਆਈ ਹੈ ਔਰ ਆ ਵੀ ਚੁੱਕੀ ਹੈ, ਬਹੁਤ ਜ਼ਿਆਦਾ ਆ ਚੁੱਕੀ ਹੈ। ਕੰਟੈਂਟਮੈਂਟ ਬਹੁਤ ਛੋਟਾ ਵਰਡ ਹੈ। ਮੈਂ ਤਾਂ ਰੱਬ ਦਾ ਹਰ ਕਦਮ 'ਤੇ ਸ਼ੁਕਰਗੁਜ਼ਾਰ ਹਾਂ ਕਿ ਵਕੀਲ ਬਣਿਆ ਔਰ ਰੱਬ ਨੇ ਇਹਨਾਂ ਆਫਿਸਰਸ ਨੂੰ ਹੱਥ ਪਵਾ ਕੇ ਜਿਹੜੀਆਂ ਮੈਨੂੰ ਅਰਦਾਸਾਂ ਲੋਕਾਂ ਤੋਂ ਦਵਾਤੀਆਂ ਕਰਨ ਲਾਤਾ ਲੋਕਾਂ ਨੂੰ ਮੇਰੇ ਲਈ ਜੋ ਸੀਸਾਂ ਦਵਾਈਆਂ, ਮੈਂ ਜਿੰਨਾ ਮਰਜ਼ੀ ਸ਼ੁਕਰੀਆ ਅਦਾ ਕਰ ਲਾਂ, ਜਿੰਨੀ ਮਰਜ਼ੀ ਕੰਟੈਂਟਮੈਂਟ ਐਕਸਪ੍ਰੈਸ ਕਰ ਲਾਂ, ਘੱਟ ਹੋਊਗੀ। ਔਰ ਸਭ ਤੋਂ ਵੱਡੀ ਜ਼ਿੰਦਗੀ ਦੀ ਕਮਾਈ, ਪੈਸਾ ਆਉਂਦਾ ਜਾਂਦਾ ਰਹਿੰਦਾ ਹੈ, ਪੈਸੇ ਦੀ ਮੈਂ ਪਰਵਾਹ ਨਹੀਂ ਕਰਦਾ, ਪਰ ਪੈਸੇ ਨਾਲ ਵੀ ਤੁਸੀਂ ਕਦੇ ਦਿਲੋਂ ਅਰਦਾਸਾਂ ਨਹੀਂ ਖਰੀਦ ਸਕਦੇ। ਇਹ ਤਾਂ ਅਰਦਾਸਾਂ ਹੀ ਦਿਲੋਂ ਹੋ ਰਹੀਆਂ ਮੇਰੇ ਲਈ। ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਮੈਂ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਇੰਨਾ ਵੱਡਾ ਇੱਕ ਖਜ਼ਾਨਾ ਰੱਬ ਮੇਰੀ ਝੋਲੀ ਪਾਉਣਗੇ ਬਿਨਾਂ ਮੇਰੇ ਮੰਗਿਆ। ਸੋ ਇਸ ਕਰਕੇ ਹਰ ਕਦਮ 'ਤੇ ਮੈਨੂੰ ਰੱਬ ਨੇ ਖੁਸ਼ੀ ਦੇਤੀ ਹੈ ਕਿ ਮੈਂ ਵਰਦੀ ਛੱਡੀ ਔਰ ਲਾਅ ਦਾ ਪ੍ਰੋਫੈਸ਼ਨ ਛੱਡਿਆ। ਅੱਛਾ ਪ੍ਰਦੀਪ ਜੀ, ਇੱਕ ਥੋੜ੍ਹਾ ਜਿਹਾ ਲਾਈਟ ਮੋਡ 'ਤੇ ਇੱਕ ਸਵਾਲ ਹੈਗਾ ਕਿ ਪ੍ਰਦੀਪ ਵਿਰਕ ਨੂੰ ਅੱਜ ਯੂਥ ਆਈਕਨ ਦੇ ਤੌਰ 'ਤੇ ਵੀ ਲੋਕ ਪਹਿਚਾਨ ਰਹੇ ਨੇ, ਅਤੇ ਗੂਗਲ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਅਗਰ ਕੋਈ ਸਰਚ ਕਰਦਾ ਹੈ ਤਾਂ ਨਾਲ ਹੀ ਅਗਰ ਉਨੀ ਕਾਊਂਟਿੰਗ ਪ੍ਰਦੀਪ ਵਿਰਕ ਦੀ ਵੀ ਹੁੰਦੀ ਹੈ, ਪ੍ਰਦੀਪ ਵਿਰਕ ਦੇ ਨਾਮ ਨੂੰ ਵੀ ਸਰਚ ਕਰਦਾ। ਸਰ ਇੱਥੇ ਮੈਂ ਇੱਕ ਛੋਟੀ ਜਿਹੀ ਗੱਲ ਕਹਾਂਗਾ। ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੋ ਲੋਕਾਂ ਨੇ ਇੱਕ ਚੀਜ਼ ਇੰਨਾ ਪਿਆਰ ਦਿੱਤਾ, ਇੰਨੀਆਂ ਬਲੇਸਿੰਗਸ ਦਿੱਤੀਆਂ, ਇੰਨਾ ਸਾਥ ਦਿੱਤਾ। ਪਰ ਇੱਕ ਰਿਕੁਐਸਟ ਕਰਾਂਗਾ, ਮੈਨੂੰ ਕੋਈ ਸਟਾਰ ਆਈਕਨ ਨਾ ਲਓ। ਜੇ ਤੁਸੀਂ ਮੈਨੂੰ ਜੈਨੂਇਨਲੀ ਕੁਝ ਮੰਨਦੇ ਹੋ ਤਾਂ ਇੱਕ ਗੱਲ ਯਾਦ ਰੱਖਿਓ, ਮੈਂ ਇੱਕ ਰੱਬ ਦਾ ਦਾਸ ਹਾਂ। ਜਿਹਦੀ ਮਰਜ਼ੀ ਸਹੁੰ ਮੈਂ ਇੱਕੋ ਹੀ ਗੱਲ ਕਹਿਣਾ, ਮੇਰੀ ਇੱਕੋ ਹੀ ਅਰਦਾਸ ਹੈ ਕਿ ਰੱਬ ਆਪਣੀ ਰਜ਼ਾ 'ਚ ਰੱਖੀ, ਭੁੱਲ ਕੇ ਵੀ ਭੁੱਲ ਨਾ ਕਰਾਈ। ਜਿਸ ਦਿਨ ਜਾਨ ਜਾਣੀ ਹੋਵੇ, ਫਖਰ ਨਾਲ ਤੇਰੇ ਰਾਹ 'ਤੇ ਦਈਏ। ਮੈਨੂੰ ਆਈਕਨ ਨਾ ਮੰਨੋ, ਦੁਆ ਕਰੋ, ਜੇ ਮੇਰਾ ਰਾਹ ਠੀਕ ਲੱਗਦਾ ਮੇਰੇ ਨਾਲ ਚੱਲੋ। ਸਾਡੀ ਬਿਗੇਸਟ, ਜੇ ਸਾਡੀ ਸਭ ਤੋਂ ਵੱਡੀ ਜੇ ਕੋਈ ਜ਼ਿੰਦਗੀ ਦੀ ਅਚੀਵਮੈਂਟ ਹੋਊਗੀ, ਉਹ ਮੈਨੂੰ ਆਈਕਨ ਮੰਨਣ ਦੀ ਨਹੀਂ, ਇਸ ਰਾਹ 'ਤੇ ਕਾਮਯਾਬੀ ਹਾਸਲ ਕਰਨ ਦੀ ਹੋਊਗੀ। ਹਰ ਕਦਮ 'ਤੇ ਆਪਣੇ ਪੰਜਾਬ ਨੂੰ, ਆਪਣੇ ਦੇਸ਼ ਨੂੰ, ਆਪਣੇ ਸਿਸਟਮ ਨੂੰ ਸੁਧਾਰਨ ਦੀ ਔਰ ਆਪਣੇ ਦੇਸ਼ ਨੂੰ ਸੁਧਾਰਨ ਦੀ ਜਿਹੜੀ ਮੁਹਿੰਮ ਮੈਂ ਛੇੜੀ ਹੋਈ ਹੈ, ਜਿਹੜੀ ਮੈਂ ਕੋਸ਼ਿਸ਼ ਕਰ ਰਿਹਾ, ਉਹਦੇ ਵਿੱਚ ਮੇਰਾ ਸਾਥ ਦਿਓ। ਮੇਰੇ ਲਈ ਉਹ ਸਭ ਤੋਂ ਜ਼ਰੂਰੀ ਹੈ ਔਰ ਉਹ ਮੇਰੀ ਖੁਸ਼ਕਿਸਮਤੀ ਹੋਊਗੀ ਔਰ ਮੈਨੂੰ ਯਕੀਨ ਹੈ ਤੁਸੀਂ ਮੇਰਾ ਸਾਥ ਦਿਓਗੇ। ਡੋਂਟ ਟਰੀਟ ਮੀ ਐਜ਼ ਐਨ ਆਈਕਨ। ਮੰਨਦੇ ਹੋ ਤੇ ਆਪਣਾ ਭਰਾ ਮੰਨੋ ਔਰ ਮੇਰਾ ਸਾਥ ਦਿਓ। ਆਹੀ ਗੁਜ਼ਾਰਿਸ਼ ਹੈ। ਪ੍ਰਦੀਪ ਜੀ, ਮੇਰਾ ਆਖਰੀ ਸਵਾਲ ਤੁਹਾਡੇ ਤੋਂ, ਜਿਹੜੇ ਨਵੇਂ IAS IPS ਅਫਸਰ ਆ ਰਹੇ ਹੈ, ਉਹਨਾਂ ਲਈ ਕੋਈ ਅਗਰ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਇਸੀ ਅੰਦਾਜ਼ ਦੇ ਵਿੱਚ, ਜਿਸ ਤਰੀਕੇ ਨਾਲ ਅਸੀਂ ਤੁਹਾਡੀ ਜ਼ਿੰਦਗੀ ਦੇਖ ਰਹੇ ਹਾਂ, ਕਿ ਕਿਵੇਂ ਆਪਣੇ ਆਪ ਨੂੰ ਵੱਖਰਾ ਪਹਿਚਾਣ ਦਿਲਾਣੀ ਹੈ, ਉਹਦੇ ਰਿਗਾਰਡਿੰਗ? ਵੇਖੋ, ਉਹਨਾਂ ਨੂੰ ਤਾਂ ਮੈਂ ਇੰਨਾ ਹੀ ਕਹਾਂਗਾ ਕਿ ਜਿਹੜੀ ਟ੍ਰੇਨਿੰਗ ਦੇ ਵਿੱਚ ਪ੍ਰਿੰਸੀਪਲਸ ਉਹਨਾਂ ਨੂੰ ਸਿਖਾਏ ਜਾਂਦੇ ਹੈ, ਉਹਨਾਂ ਨੂੰ ਸਟਿਕ ਕਰੋ ਔਰ ਇੰਪਲੀਮੈਂਟ ਕਰੋ। ਫੀਲਡ ਦੇ ਵਿੱਚ ਆ ਕੇ ਇੱਕ ਰਿਐਲਿਟੀ ਦੇ ਸਾਹਮਣੇ ਸੋਚ ਕੇ ਕਿ ਨਹੀਂ ਆਹੀ ਗਲਤ ਚੀਜ਼ਾਂ ਹੁੰਦੀਆਂ, ਇਹਨਾਂ ਨੂੰ ਐਕਸੈਪਟ ਕਰੋ, ਉਹਨਾਂ ਨੂੰ ਨਾ ਐਕਸੈਪਟ ਕਰੋ। ਬੀ ਵਾਟ ਯੂ ਆਰ ਟ੍ਰੇਨਡ ਫॉर। ਜੋ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਪ੍ਰਿੰਸੀਪਲਸ ਸਿਖਾਏ ਗਏ ਹੈ, ਦੱਸੇ ਗਏ ਹੈ, ਉਹਨਾਂ ਨੂੰ ਇੰਪਲੀਮੈਂਟ ਕਰੋ। ਜੇ ਲੱਗੇ ਕਿ ਨਹੀਂ ਰਿਐਲਿਟੀ ਬਿਲਕੁਲ ਹੀ ਅੱਡ ਹੈ, ਦੈਨ ਮੇਕ ਸ਼ੋਰ ਯੂ ਚੇਂਜ ਦ ਰਿਐਲਿਟੀ। ਉਹ ਜ਼ਰੂਰੀ ਹੈ। ਧੰਨਵਾਦ ਜੀ ਦੈਨਿਕ ਸਵੇਰਾ ਨਾਲ ਗੱਲਬਾਤ ਕਰਨ ਲਈ। ਸ਼ੁਕਰੀਆ ਜੀ। ਬਿਲਕੁਲ, ਤੁਸੀਂ ਸੁਣਿਆ ਇਹ ਪ੍ਰਦੀਪ ਵਿਰਕ ਜਿਹੜੇ ਕਿ ਅੱਜ ਸਾਡੇ ਅਗਰ ਕਹੀਏ ਕਿ ਸਿਸਟਮ ਦੇ ਵਿੱਚ ਸਿਸਟਮ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੇ ਤੇ ਦਾਗੀ ਅਫਸਰਾਂ ਦੇ ਖਿਲਾਫ ਇਹਨਾਂ ਵੱਲੋਂ ਜਿਹੜੀ ਮੁਹਿੰਮ ਛੇੜੀ ਹੈ। ਅਸੀਂ ਵੀ ਦੁਆ ਕਰਦੇ ਹਾਂ ਕਿ ਆਪਣੇ ਸੁਪਨੇ ਜ਼ਰੂਰ ਪੂਰੇ ਕਰਨ ਤੇ ਜਿਸ ਰਾਹ 'ਤੇ ਚੱਲੇ ਹੈ ਉਸ ਰਾਹ ਦੇ ਉੱਤੇ ਹਮੇਸ਼ਾ ਇਸੇ ਤਰੀਕੇ ਨਾਲ ਚੱਲਦੇ ਰਹਿਣ ਤੇ ਇਹਨਾਂ ਦੀ ਜ਼ਿੰਦਗੀ ਜਿਸ ਤਰੀਕੇ ਨਾਲ ਪਟਰੀਆਂ ਬਦਲਦੀ ਰਹੀਆਂ, ਅੱਗੇ ਇਹਨਾਂ ਨੂੰ ਚੰਗਾ ਉਹ ਮਿਲੇ। ਪੂਰੀ ਜ਼ਿੰਦਗੀ ਜਿਹੜੀ ਇਹਨਾਂ ਦੀ ਰਹੀ ਹੈ, ਪੂਰਾ ਪਰਿਵਾਰ ਦੇ ਨਾਲ ਜਿਸ ਤਰੀਕੇ ਨਾਲ ਸਪੋਰਟ ਰਹੀ ਹੈ, ਅੱਗੇ ਵੀ ਇਸੇ ਤਰੀਕੇ ਦੀ ਸਪੋਰਟ ਬੰਦੀ ਰਹੇ ਤੇ ਇਹ ਪੰਜਾਬ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ, ਦੇਸ਼ ਦੇ ਵਿੱਚ ਆਪਣੀ ਪਹਿਚਾਣ ਬਣਾਉਣ। ਅਸੀਂ ਇਹੀ ਦੁਆ ਕਰਦੇ ਹਾਂ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV। All World Open Challenge 17-time gold medalist Mia Rafiq Mohammed, Pandit Maulvi, Begum, Tantrik, इन्ना चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री मिया रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।